ਦੇ ਧਨ ਨੂੰ ਸਫਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਗੁਰਮੁਖ ਪਿਆਰਿਓ। ਅੱਜ ਵਿਚਾਰ ਬਣੀਏ ਕਿ ਆਪਾਂ ਮੁੱਢ ਤੋਂ ਲੈ ਕੇ ਗੁਰਮੁਖ ਪਿਆਰਿਓ ਵਿਚਾਰ ਕਰੀਏ ਸਿਮਰਨ ਦੀ। ਅਸੀਂ ਸਿਮਰਨ ਹੁਣ ਵੀ ਸਾਰੀ ਸੰਗਤ ਕਰ ਰਹੀ ਸੀ, ਹਰ ਰੋਜ਼ ਕਰਦੀ ਹੈ। ਹੁਣ ਆਪਾਂ ਥੋੜ੍ਹੀ ਥੋੜ੍ਹੀ ਤਬਦੀਲੀ ਲੈ ਕੇ ਆਉਣੀ ਹੈ ਗੁਰਮੁਖ ਪਿਆਰਿਓ ਸਿਮਰਨ ਦੇ ਵਿੱਚ। ਹੁਣ ਆਪਾਂ ਸਿਮਰਨ ਇਕੱਲੇ ਕਰ ਰਹੇ ਸੀ। ਇਕੱਲੇ ਭਾਵ ਸਾਡਾ ਮਨ ਨੂੰ ਆਪਾਂ ਨੇ ਸਿਮਰਨ ਕਰਨ 'ਤੇ ਲਾਇਆ ਸੀ, ਪਰ ਮਨ ਕੀ ਕਰਦਾ ਸੀ? ਇਕੱਲੇ ਦਾ ਦਿਲ ਨਹੀਂ ਲੱਗਦਾ ਸੀ ਗੁਰਮੁਖ ਪਿਆਰਿਓ। ਮਨ ਇਕੱਲਾ ਸਿਮਰਨ ਕਰਦਾ ਕਰਦਾ ਦਸ਼ਾਂ ਦਿਸ਼ਾਵਾਂ ਦੇ ਵੱਲ ਦੌੜ ਜਾਂਦਾ ਸੀ। ਅਸੀਂ ਸੋਚ ਰਹੇ ਸੀ ਕਿ ਸਾਡੀ ਹਾਜ਼ਰੀ ਸਿਮਰਨ ਦੇ ਵਿੱਚ ਪ੍ਰਵਾਨ ਹੈ, ਪਰ ਪਾਤਸ਼ਾਹ ਦੱਸਦੇ ਹੈ ਹਾਜ਼ਰੀ ਤਨ ਦੀ ਮਨਜ਼ੂਰ ਨਹੀਂ ਹੈ, ਹਾਜ਼ਰੀ ਮਨ ਦੀ ਮਨਜ਼ੂਰ ਹੈ। ਹੁਣ ਜਿਨ੍ਹਾਂ ਸਵਾਸਾਂ ਦੇ ਵਿੱਚ ਗੁਰਮੁਖ ਪਿਆਰਿਓ ਅਸੀਂ ਤਨ ਮਨ ਦੇ ਵਿੱਚ ਹਾਜ਼ਰ ਰਹਿ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਿਤਾ ਪਰਮੇਸ਼ਰ ਦੀ ਯਾਦ ਦੇ ਅੰਦਰ ਆਪਣੇ ਸਵਾਸਾਂ ਦਾ ਧਨ ਇਕੱਤਰ ਕਰ ਰਹੇ ਸੀ, ਉਸ ਵੇਲੇ ਗੁਰਮੁਖ ਪਿਆਰਿਓ ਸਾਡੀ ਹਾਜ਼ਰੀ ਲੱਗਦੀ ਹੈ। ਹੁਣ ਆਪਾਂ ਨੇ ਤਬਦੀਲ ਕੀ ਕਰਨਾ? ਪਹਿਲਾਂ ਅਸੀਂ ਕਰਦੇ ਸੀ ਇਕੱਲਾ ਸਾਡਾ ਮਨ, ਹੁਣ ਆਪਾਂ ਨੇ ਪਹਿਲਾਂ ਆਪਣੇ ਪਰਿਵਾਰ ਨੂੰ ਇਕੱਤਰ ਕਰਨਾ ਹੈ। ਆਪਾਂ ਪਰਿਵਾਰ ਦੇ ਨਾਲ ਮਿਲ ਕੇ ਸਿਮਰਨ ਕਰਨਾ ਹੈ ਗੁਰਮੁਖ ਪਿਆਰਿਓ। ਪਰ ਇੱਥੇ ਕਈ ਜੀਵਾਂ ਦਾ ਜਵਾਬ ਬਣ ਜਾਣਾ ਕਿ ਵੀਰ ਜੀ ਪਰਿਵਾਰ ਤੇ ਆਖੇ ਨਹੀਂ ਲੱਗਦਾ। ਪਹਿਲੀ ਗੱਲ ਤੇ ਗੁਰਮੁਖ ਪਿਆਰਿਓ ਦਿਮਾਗ ਦੇ ਵਿੱਚ ਲੈ ਕੇ ਆਉਣੀ ਹੈ, ਆਪਾਂ ਇਸ ਮਾਤਲੋਕ ਦੇ ਪਰਿਵਾਰ ਦੀ ਗੱਲ ਨਹੀਂ ਕਰਦੇ, ਆਪਾਂ ਗੱਲ ਕਰਦੇ ਹਾਂ ਦੇਵਲੋਕ ਦੇ ਪਰਿਵਾਰ ਦੀ। ਆਪਾਂ ਗੱਲ ਕਰਦੇ ਹਾਂ ਜੋ ਸਾਡੇ ਕਾਇਆਂ ਦੇ ਵਿੱਚ ਪਰਿਵਾਰ ਹੈ, ਆਪਾਂ ਨੇ ਉਸ ਨੂੰ ਨਾਲ ਲੈ ਕੇ ਸਿਮਰਨ ਕਰਨਾ ਹੈ। ਹੁਣ ਕਾਇਆਂ ਦੇ ਵਿੱਚ ਕੌਣ ਹੈ? ਕਾਇਆਂ ਦੇ ਵਿੱਚ ਜਿੱਥੋਂ ਗੁਰਮੁਖ ਪਿਆਰਿਓ ਆਪਣਾ ਮਨ ਹੈ, ਮਨ ਦੇ ਨਾਲ ਆਪਣੀ ਆਤਮਾ ਹੈ। ਆਤਮਾ ਦੇ ਨਾਲ ਫਿਰ ਸਾਡੇ ਸਹਿਯੋਗੀ ਨੇ 5 ਸਾਡੀਆਂ ਗਿਆਨ ਇੰਦਰੀਆਂ ਤੇ 5 ਸਾਡੀਆਂ ਕਰਮ ਇੰਦਰੀਆਂ। ਅਸੀਂ ਉਹਨਾਂ 10 ਇੰਦਰੀਆਂ ਨੂੰ ਨਾਲ ਲੈ ਕੇ ਸਿਮਰਨ ਦੀ ਆਰੰਭਤਾ ਕਰਨੀ ਹੈ, ਤਾਂ ਕਿ ਮਨ ਇਕੱਲਾ ਮਹਿਸੂਸ ਨਾ ਕਰੇ। ਜਦੋਂ ਮਨ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ, ਉਸ ਵੇਲੇ ਉਹ ਬਾਹਰ ਦੌੜ ਜਾਂਦਾ ਹੈ। ਹੁਣ ਗੁਰਮੁਖ ਪਿਆਰਿਓ ਜਦੋਂ ਅਸੀਂ ਆਪਣੀਆਂ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਮਨ ਦੇ ਨਾਲ ਜੋੜ ਕੇ ਸਿਮਰਨ ਕਰਾਂਗੇ ਨਾ, ਤਾਂ ਸਾਨੂੰ ਕਾਫੀ ਬੈਨੀਫਿਟ ਮਿਲੇਗਾ। ਸਾਡੇ ਮਨ ਦੇ ਇੱਕ ਤਰ੍ਹਾਂ ਦੇ ਅਸੀਂ ਬੇੜੀ ਪਾ ਦੇਵਾਂਗੇ, ਆਪਣੇ ਮਨ ਦੇ ਦੁਆਲੇ ਅਸੀਂ ਕਾਰ ਕੱਢ ਦੇਵਾਂਗੇ। ਜਿੱਦਾਂ ਪਾਤਸ਼ਾਹ ਗੁਰਬਾਣੀ 'ਚ ਦੱਸਦੇ ਹੈ ਨਾ, ਚੌਗਿਰਦ ਹਮਾਰੇ ਰਾਮ ਕਾਰ। ਚੌਗਿਰਦ ਦੇ ਆਲੇ ਦੁਆਲੇ ਅਸੀਂ ਰਾਮ ਦੀ ਉਹ ਕਾਰ, ਉਹ ਲਛਮਣ ਰੇਖਾ ਖਿੱਚ ਦੇਣੀ ਹੈ। ਹੁਣ ਕਿੱਦਾਂ ਅਸੀਂ ਗਿਆਨ ਇੰਦਰੀਆਂ ਨੂੰ ਤੇ ਕਿੱਦਾਂ ਕਰਮ ਇੰਦਰੀਆਂ ਨੂੰ ਗੁਰਮੁਖ ਪਿਆਰਿਓ ਸਿਮਰਨ ਦੇ ਨਾਲ ਲਾ ਕੇ ਅਸੀਂ ਸਿਮਰਨ ਕਰਨਾ ਹੈ। ਭਾਵ ਜਦੋਂ ਅਸੀਂ ਸਿਮਰਨ ਦੇ ਵਿੱਚ ਬੈਠਣਾ, ਅਸੀਂ ਇਹ ਮਹਿਸੂਸ ਨਹੀਂ ਕਰਨਾ ਕਿ ਮੈਂ ਇਕੱਲਾ ਸਿਮਰਨ ਕਰ ਰਿਹਾ, ਮੈਨੂੰ ਕਿਹੜਾ ਇੱਥੇ ਕੋਈ ਵੇਖ ਰਿਹਾ। ਨਾ ਤੇ ਵੀਰ ਜੀ ਵੇਖਦਾ ਤੇ ਨਾ ਹੀ ਨਾਲ ਦੀ ਸੰਗਤ ਵੇਖ ਰਹੀ ਹੈ। ਮੈਂ ਆਪਣੇ ਰੂਮ ਦੇ ਵਿੱਚ ਬੈਠਾ ਇਕੱਲਾ ਸਿਮਰਨ ਕਰ ਰਿਹਾ। ਮਰਜ਼ੀ ਹੈ
ਲੱਤਾਂ ਨਸਾਲ ਕੇ ਕਰਾਂ, ਚੌਂਕੜਾ ਮਾਰ ਕੇ ਕਰਾਂ, ਟੇਢਾ ਪੈ ਕੇ ਕਰਾਂ ਜਾਂ ਲੰਮਾ ਪੈ ਕੇ ਕਰਾਂ। ਪਰ ਨਹੀਂ ਗੁਰਮੁਖ ਪਿਆਰਿਓ, ਇਹ ਅਸੀਂ ਇੱਕ ਜੋ ਡਿਊਟੀ ਕਰ ਰਹੇ ਹਾਂ ਨਾ, ਜੋ ਅਸੀਂ ਇਹ ਸਮਾਂ ਲਾ ਰਹੇ ਹਾਂ, ਉਹ ਤਿੰਨ ਤਰਲੋਕੀ ਦਾ ਜੋ ਮਾਲਕ ਹੈ, ਦੀਨ ਦੁਨੀਆ ਦਾ ਜੋ ਮਾਲਕ ਹੈ, ਉਸ ਦੀ ਯਾਦ ਦੇ ਵਿੱਚ ਅਸੀਂ ਜੁੜ ਕੇ ਬੈਠੇ ਹਾਂ। ਜੋ ਦੀਨ ਦੁਨੀਆ ਦਾ ਮਾਲਕ ਹੈ, ਜਿਸ ਨੇ ਤਰਸ ਕਰਕੇ, ਰਹਿਮ ਕਰਕੇ ਸਾਨੂੰ 84 ਲੱਖ ਜੂਨ ਦੇ ਵਿੱਚੋਂ ਮਾਨਸ ਜਾਮਾ ਦਿੱਤਾ, ਅਤੇ ਮਾਨਸ ਜਾਮਾ ਵੀ ਗੁਰਮੁਖ ਪਿਆਰਿਓ ਤੰਦਰੁਸਤ ਦਿੱਤਾ। ਆਪਣੇ ਸਾਰੇ ਹੱਥ ਪੈਰ, ਜਿਹੜੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਸਾਰੀਆਂ 9/9 ਨੇ। ਆਪਾਂ ਵੇਖਦੇ ਹਾਂ ਇਸ ਜੱਗ ਦੇ ਅੰਦਰ ਬੜੇ ਜੀਵ ਆਉਂਦੇ ਹੈ, ਇਨਸਾਨ ਜਾਮਾ ਲੈ ਕੇ, ਮਾਨਸ ਜਾਮਾ ਲੈ ਕੇ, ਪਰ ਵਿਚਾਰੇ ਕਈ ਲੰਗੜੇ ਹੁੰਦੇ ਹੈ ਜਨਮ ਤੋਂ, ਕਈ ਲੂਲੇ ਹੁੰਦੇ ਹੈ, ਕੋਈ ਹੱਥਾਂ ਤੋਂ ਵਾਂਝੇ ਹੁੰਦੇ ਹੈ, ਕੋਈ ਅੱਖਾਂ ਤੋਂ ਵਾਂਝੇ ਹੁੰਦੇ ਹੈ, ਕੋਈ ਬੋਲ ਨਹੀਂ ਪਾਉਂਦੇ, ਕੁਝ ਸੁਣ ਨਹੀਂ ਪਾਉਂਦੇ। ਬੜੇ ਲੰਗੜੇ ਲੁੱਲੇ ਆਪਾਂ ਗੁਰਮੁਖ ਪਿਆਰਿਓ ਜੀਵਾਂ ਨੂੰ ਵੇਖਦੇ ਹਾਂ। ਪਰ ਲੇਕਿਨ ਮਾਲਕ ਨੇ ਪਹਿਲਾਂ ਤੇ ਸਾਡੇ ਤੇ ਤਰਸ ਕੀਤਾ, ਸਾਨੂੰ 84 ਲੱਖ ਜੂਨ ਦੇ ਵਿੱਚੋਂ ਕੱਢ ਕੇ ਮਾਨਸ ਬਣਾਇਆ। ਫਿਰ ਸਾਡੇ ਤੇ ਤਰਸ ਕੀਤਾ ਕਿ ਸਾਨੂੰ ਤੰਦਰੁਸਤ ਪੈਦਾ ਕੀਤਾ ਗੁਰਮੁਖ ਪਿਆਰਿਓ। ਫਿਰ ਸਾਡੇ ਤੇ ਤਰਸ ਕੀਤਾ ਪਾਤਸ਼ਾਹ ਨੇ, ਸਾਨੂੰ ਉਹਨਾਂ ਜੀਵਾਂ ਤੋਂ ਅਲੱਗ ਕਰਕੇ ਸਾਨੂੰ ਸਿਮਰਨ ਦੀ ਸੋਝੀ ਬਖਸ਼ਿਸ਼ ਕੀਤੀ। ਸਾਨੂੰ ਉਹ ਗੁਰਮੁਖ ਪਿਆਰੇ, ਉਹ ਰੰਗੀਆਂ ਹੋਈਆਂ ਰੂਹਾਂ ਮਲਾਈਆਂ ਮੇਰੇ ਮਾਲਕ ਨੇ। ਫਿਰ ਆਪਾਂ ਇਸ ਮਾਰਗ ਤੇ ਪਾਂਧੀ ਬਣ ਗਏ। ਹੁਣ ਆਪਾਂ ਇਸ ਮਾਰਗ ਤੇ ਚੱਲ ਰਹੇ ਹਾਂ। ਇਸ ਕਰਕੇ ਗੁਰਮੁਖ ਪਿਆਰਿਓ, ਵੱਧ ਤੋਂ ਵੱਧ ਜਿੰਨਾ ਵੀ ਅਸੀਂ ਸ਼ੁਕਰਾਨਾ ਕਰ ਸਕਦੇ ਹਾਂ ਮੇਰੇ ਪਿਤਾ ਦਾ, ਓਨਾ ਹੀ ਥੋੜ੍ਹਾ ਹੈ। ਕਿਉਂਕਿ ਪਿਤਾ ਦੇ ਸਾਡੇ ਉੱਤੇ ਅਹਿਸਾਨ ਜ਼ਿਆਦਾ, ਪਰ ਸਾਡੀ ਸੇਵਾ ਥੋੜ੍ਹੀ ਹੈ। ਜੇ ਸੱਚ ਕਰਕੇ ਜਾਣੋ ਗੁਰਮੁਖ ਪਿਆਰਿਓ, ਆਪਾਂ ਸਾਰੇ ਅਹਿਸਾਨਾਂ ਦਾ ਕਦੇ ਪਿਤਾ ਦਾ ਦੇਣਾ ਨਹੀਂ ਦੇ ਸਕਦੇ। ਅਸੀਂ ਪਿਤਾ ਦੀ ਸੇਵਾ ਨਹੀਂ ਕਰਦੇ। ਪਾਤਸ਼ਾਹ ਗੁਰਬਾਣੀ 'ਚ ਦੱਸਦੇ ਹੈ, ਸੇਵਾ ਥੋੜ੍ਹੀ ਮੰਗਣ ਬਹੁਤਾ। ਸੇਵਾ ਥੋੜ੍ਹੀ ਹੈ, ਪਰ ਸਾਡੇ ਪਿਤਾ ਨੇ ਸਾਨੂੰ ਦਿੱਤਾ ਬੜਾ ਕੁਛ ਹੈ ਗੁਰਮੁਖ ਪਿਆਰਿਓ। ਹੁਣ ਜਦੋਂ ਜਿੰਨੀ ਦੇਰ ਵੀ ਅਸੀਂ ਨੇ ਉਸ ਦੀ ਯਾਦ ਦੇ ਵਿੱਚ ਜੁੜ ਕੇ ਬੈਠਣੇ ਨਾ, ਇੱਕ ਮਨ, ਇੱਕ ਚਿੱਤ ਇਕਾਗਰ ਕਰਕੇ ਬੈਠਣਾ ਕਿ ਮੇਰਾ ਪਿਤਾ, ਮੇਰਾ ਮਾਲਕ, ਦੀਨ ਦੁਨੀਆ ਦਾ ਮਾਲਕ ਕਿਤੇ ਨਾਰਾਜ਼ ਨਾ ਹੋ ਜਾਵੇ, ਕਿਤੇ ਗੁੱਸੇ ਨਾ ਹੋ ਜਾਵੇ। ਉਸ ਦੀ ਯਾਦ ਦੇ ਵਿੱਚ ਜਦੋਂ ਬੈਠਣਾ, ਪੰਜੇ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਨੂੰ ਕਰਮ ਲਾਉਣਾ ਹੈ ਗੁਰਮੁਖ ਪਿਆਰਿਓ। ਅਸਾਂ ਹੁਣ ਪਹਿਲਾਂ ਸਾਡੀਆਂ ਗਿਆਨ ਇੰਦਰੀਆਂ ਕਿਹੜੀਆਂ ਨੇ ਤੇ ਕਰਮ ਇੰਦਰੀਆਂ ਕਿਸ ਨੂੰ ਕਹਿੰਦੇ ਆ? ਜੋ ਕਰਮ ਇੰਦਰੀਆਂ ਨੇ ਗੁਰਮੁਖ ਪਿਆਰਿਓ, ਦੋਨੋਂ ਲੱਤਾਂ, ਦੋਨੋਂ ਹੱਥ ਅਤੇ ਇੱਕ ਮੁੱਖ, ਇਹ ਪੰਜੇ ਕਰਮ ਇੰਦਰੀਆਂ ਨੇ ਗੁਰਮੁਖ ਪਿਆਰਿਓ। ਭਾਵ ਕਰਮ ਦਾ ਭਾਵ ਕੰਮ ਦੇ ਵਿੱਚ ਸਹਿਯੋਗ ਦੇਣਾ, ਜੋ ਕੰਮ ਕਰਦੇ ਹਾਂ ਅਸੀਂ ਹੱਥਾਂ ਪੈਰਾਂ ਦੇ ਨਾਲ ਤੇ ਮੁੱਖ ਦੇ ਨਾਲ। ਪੰਜ ਸਾਡੀਆਂ ਨੇ ਗਿਆਨ ਇੰਦਰੀਆਂ। ਗਿਆਨ ਇੰਦਰੀਆਂ ਕਿਹੜੀਆਂ ਕਿਹੜੀਆਂ? 2 ਕੰਨ, 2 ਅੱਖਾਂ ਤੇ 1 ਜੀਵਾ। ਹੁਣ ਅਸੀਂ 10 ਇੰਦਰੀਆਂ ਨੂੰ ਸਿਮਰਨ ਦੇ ਵਿੱਚ ਸਹਿਯੋਗ ਲੈਣਾ ਇਹਨਾਂ ਕੋਲੋਂ। ਇਹਨਾਂ ਨੂੰ ਵੀ ਅਸੀਂ ਸਿਮਰਨ ਦੇ ਵਿੱਚ ਬਿਠਾਉਣਾ ਹੈ ਗੁਰਮੁਖ ਪਿਆਰਿਓ। ਜਿੱਦਾਂ ਆਪਾਂ
ਜੀਵਾ ਦੀ ਡਿਊਟੀ ਲਾਈ। ਜੀਵਾ ਨੇ ਅੰਦਰੋਂ ਪਵਨ ਸੁੰਨ ਦੇ ਵਿੱਚ ਜੋ ਵਾਜਾ ਰੱਖਿਆ ਹੋਇਆ ਹੈ, ਉਸ ਵਾਜੇ ਦੇ ਵਿੱਚ ਹਵਾ ਪ੍ਰਵੇਸ਼ ਕਰਦੀ ਹੈ। ਫਿਰ ਉਹ ਵਾਜਾ ਹੈ ਜੋ ਸ਼ਬਦ ਨੂੰ ਬਣਾਉਂਦਾ ਹੈ। ਜਿੱਦਾਂ ਆਪਾਂ ਆਨੰਦ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ। ਉਹ ਜੋ ਗੁਫਾ ਅੰਦਰ ਬਾਜਾ ਪਿਆ, ਉਹ ਜੀਵ ਦੀ ਮਦਦ ਦੇ ਨਾਲ ਸ਼ਬਦ ਬਣਾਉਂਦਾ ਅੰਦਰੋਂ। ਗੁਰਮੁਖ ਪਿਆਰਿਓ, ਕਿਹੜਾ ਸ਼ਬਦ ਬਣਾਇਆ? ਵਾਹਿਗੁਰੂ। ਜੀਵਾ ਦੀ ਮਦਦ ਦੇ ਨਾਲ ਸ਼ਬਦ ਬਣਾਇਆ। ਮੁੱਖ ਦੀ ਅਸੀਂ ਡਿਊਟੀ ਲਾਤੀ ਬੋਲਣ ਦੇ ਉੱਤੇ। ਇਹ ਦੋਨੇ ਇੰਦਰੀਆਂ ਆਪਾਂ ਨੇ ਕੰਮ ਲਾਈਆਂ। ਜੀਵਾ ਨੇ ਸਾਥ ਦਿੱਤਾ ਸ਼ਬਦ ਬਣਾਉਣ ਦੇ ਵਿੱਚ, ਮੁੱਖ ਨੇ ਉਚਾਰਨ ਕਰਨਾ ਸ਼ੁਰੂ ਕਰ ਦਿੱਤਾ। ਅਤੇ ਗੁਰਮੁਖ ਪਿਆਰਿਓ, ਅਸੀਂ ਸਾਡੇ ਦੋਵਾਂ ਕੰਨਾਂ ਨੂੰ ਸਰੋਤੇ ਬਣਾਉਣਾ। ਸਰੋਤੇ, ਇਹ ਸਰੋਤੇ ਬਣ ਕੇ ਬੈਠਣਗੇ। ਜੋ ਮੁੱਖ ਉਚਾਰਨ ਕਰੇਗਾ, ਇਹ ਸਰੋਤੇ ਗੁਰਮੁਖ ਪਿਆਰਿਓ ਸੁਣਨਗੇ। ਇਹਨਾਂ ਨੇ ਆਪਣਾ ਆਸਣ ਲਾ ਕੇ ਬਹਿ ਜਾਣਾ, ਕੰਨਾਂ ਨੇ ਸੁਣਨਾ। ਗੁਰਮੁਖ ਪਿਆਰਿਓ, ਸਾਡੇ ਪੈਰਾਂ ਦਾ ਕੰਮ, ਲੱਤਾਂ ਦਾ ਕੰਮ ਹੈ। ਇਹਨਾਂ ਨੇ ਮਾਲਕ ਦੀ ਯਾਦ ਦੇ ਵਿੱਚ ਕੋਈ ਹਰਕਤ ਨਹੀਂ ਕਰਨੀ। ਇਹਨਾਂ ਨੇ ਚੌਂਕੜਾ ਮਾਰ ਕੇ ਬੈਠਣਾ। ਗੁਰਮੁਖ ਪਿਆਰਿਓ, ਬਿਲਕੁਲ ਚੌਂਕੜਾ ਮਾਰ ਕੇ, ਰੀੜ੍ਹ ਦੀ ਹੱਡੀ ਸਿੱਧੀ। ਇਹਨਾਂ ਤੋਂ ਅਸੀਂ ਸਾਥ ਲੈਣਾ। ਇਹਨਾਂ ਨੂੰ ਅਸੀਂ ਪਹਿਲਾਂ ਕਹਿਣਾ ਕਿ ਅਸੀਂ ਆਪਣੇ ਮਾਲਕ ਦੇ ਨਾਲ ਆਪਾਂ ਹੁਣ ਜੋੜਨ ਲੱਗੇ ਹਾਂ। ਸਾਰਿਆਂ ਦਾ ਸਹਿਯੋਗ ਹੋਏਗਾ ਤਾਂ ਆਪਾਂ ਮਾਲਕ ਨੂੰ ਮਿਲ ਸਕਦੇ ਹਾਂ। ਨਹੀਂ ਤੇ ਗੁਰਮੁਖ ਪਿਆਰਿਓ, ਜਦੋਂ ਮਨ ਇਸ ਤਨ ਨੂੰ ਛੱਡ ਕੇ ਜਾਂਦਾ ਹੈ ਨਾ, ਇਹ ਆਪਾਂ ਅੱਗੇ ਚੱਲ ਕੇ ਫਿਰ ਵਿਚਾਰਾਂਗੇ, ਤੇ ਤਨ ਇਸ ਮਨ ਦੇ ਤਰਲੇ ਕਰਦਾ ਹੈ ਕਿ ਤੂੰ ਮੈਨੂੰ ਛੱਡ ਕੇ ਨਾ ਜਾ, ਮੈਨੂੰ ਛੱਡ ਕੇ ਨਾ ਜਾ। ਜੇ ਤੂੰ ਮੈਨੂੰ ਛੱਡ ਕੇ ਜਾਏਗਾ ਤਾਂ ਮੈਨੂੰ ਇਹਨਾਂ ਲੋਕਾਂ ਨੇ ਅਗਨੀ ਦੇ ਹਵਾਲੇ ਕਰ ਦੇਣਾ। ਮੈਂ ਉਨਾ ਚਿਰ ਹੀ ਸਹੀ ਸਲਾਮਤ ਹਾਂ ਜਿੰਨਾ ਚਿਰ ਤੂੰ ਮੇਰੇ ਵਿੱਚ ਹੈ। ਇਹ ਤਨ ਤੇ ਮਨ ਦੀਆਂ ਗੱਲਾਂ ਹੁੰਦੀਆਂ ਗੁਰਮੁਖ ਪਿਆਰਿਓ, ਕਿ ਮੈਨੂੰ ਛੱਡ ਕੇ ਨਾ ਜਾ। ਤੇਰੇ ਜਾਣ ਤੋਂ ਬਾਅਦ ਮੈਨੂੰ ਇਹਨਾਂ ਲੋਕਾਂ ਨੇ ਅਗਨੀ ਦੇ ਹਵਾਲੇ ਕਰ ਦੇਣਾ। ਇਸ ਤਨ ਦੇ ਵਿੱਚ ਗੁਰਮੁਖ ਪਿਆਰਿਓ ਕਰੋੜਾਂ ਜੀਵ ਵਸਦੇ ਆ। ਕਰੋੜਾਂ ਜੀਵ, ਇੱਕ ਨੱਦਾ ਨਹੀਂ ਵਸਦਾ, ਕਰੋੜਾਂ ਜੀਵ ਇਸ ਤਨ ਦੇ ਵਿੱਚ ਵਸਦੇ ਆ। ਇਸ ਲਈ ਅਸੀਂ ਤਨ ਨੂੰ ਨਾਲ ਜੋੜਨਾ ਕਿ ਆਪਾਂ ਹੁਣ ਉਸ ਪਿਤਾ ਪਰਮਾਤਮਾ ਦੀ ਯਾਦ ਦੇ ਵਿੱਚ ਜੁੜਨ ਲੱਗੇ ਹਾਂ। ਲੱਤਾਂ ਦੇ ਨਾਲ ਅਸੀਂ ਚੌਂਕਣਾ ਮਾਰਿਆ, ਮੁੱਖ ਦੇ ਨਾਲ ਬੋਲਿਆ, ਕੰਨ ਸਰੋਤੇ ਬਣ ਗਏ, ਸੁਣਨਾ ਸ਼ੁਰੂ ਕਰ ਦਿੱਤਾ, ਬਚ ਗਏ ਹੱਥ। ਗੁਰਮੁਖ ਪਿਆਰਿਓ, ਇਹਨਾਂ ਹੱਥਾਂ ਨੂੰ ਅਸੀਂ ਦੋ ਤਰੀਕੇ ਨਾਲ ਕੰਮ ਲਾ ਸਕਦੇ ਹਾਂ। ਇੱਕ ਤੇ ਗੁਰਮੁਖ ਪਿਆਰਿਓ, ਜਿੱਦਾਂ ਅਸੀਂ ਵਾਹੇ ਤੇ ਗੁਰੂ ਬੋਲਦੇ ਹਾਂ ਨਾ, ਦੋਨਾਂ ਹੱਥਾਂ ਨੂੰ ਅਸੀਂ ਆਪਸ ਦੇ ਵਿੱਚ ਛੋਟੀ ਤਾੜੀ ਦੇ ਰੂਪ ਦੇ ਵਿੱਚ ਇਹਨਾਂ ਨੂੰ ਜੋੜਨਾ ਹੈ। ਛੋਟੀ, ਜ਼ਿਆਦਾ ਨਹੀਂ, ਵੱਡੀ, ਨੋਰਮਲ, ਬਸ। ਆਹ ਦੇਖੋ ਹੁਣ ਕਿੰਨੀ ਕੁ ਆਵਾਜ਼ ਤੁਹਾਨੂੰ ਆਏਗੀ। ਵਾਹਿਗੁਰੂ 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 ਵਾਹਿਗੁਰੂ। ਹੁਣ ਅਸੀਂ ਹੱਥਾਂ ਨੂੰ ਵੀ ਕੰਮ ਲਾਇਆ, ਪੈਰਾਂ ਨੂੰ ਵੀ ਕੰਮ ਲਾਇਆ, ਜੀਵਾਂ ਨੂੰ ਵੀ ਕੰਮ ਲਾਇਆ, ਮੁੱਖ ਨੂੰ ਵੀ ਕੰਮ ਲਾਇਆ, ਅਤੇ ਨਿੱਤ ਆਪਣਾ ਕੰਨਾਂ ਨੂੰ ਵੀ ਕੰਨ ਲਾਤਾ, ਉਹ ਵੀ ਸਰੋਤੇ ਬਣ ਗਏ। ਹੁਣ ਬਚ ਗਈਆਂ ਸਾਡੇ ਗੁਰਮੁਖ ਪਿਆਰਿਓ ਨੇਤਰ। ਹੁਣ ਨੇਤਰਾਂ ਨੂੰ ਦੀ ਡਿਊਟੀ ਲਾਉਣੀ ਹੈ
ਵੀ ਤੁਸੀਂ ਮਾਲਕ ਦੀ ਯਾਦ ਦੇ ਅੰਦਰ ਭਗਤੀ ਦੇ ਉੱਤੇ ਬੈਠਣਾ। ਜਿੰਨੀ ਦੇਰ 8 ਗਿਆਨ ਇੰਦਰੀਆਂ ਕਰਮ ਕਰਦੀਆਂ ਨੇ, ਮਾਲਕ ਨੂੰ ਯਾਦ ਕਰਦੀਆਂ ਨੇ, ਤੁਸੀਂ ਹੋਰ ਕੁਝ ਨਹੀਂ ਵੇਖਣਾ, ਤੁਸੀਂ ਮਾਲਕ ਦੇ ਦਰਸ਼ਨ ਦੀਦਾਰੇ ਕਰਨੇ ਆ। ਜਿਹੜੇ ਨੇਤਰ ਨੇ ਆਪਣੇ ਨਾ, ਇਹਨਾਂ ਨੂੰ ਗੁਰਮੁਖ ਪਿਆਰਿਓ ਅਸੀਂ ਮਾਲਕ ਦੇ ਦਰਸ਼ਨ ਦੀਦਾਰਿਆਂ ਦੇ ਲਈ ਚੁਕੰਨੇ ਕਰਕੇ ਬੈਠ ਜਾਣਾ। ਇਹਨਾਂ ਨੇ ਕਿੱਥੇ ਵੇਖਣਾ? ਪਵਨ ਕਾ ਵਾਸਾ ਸੁਨ ਨਿਵਾਸਾ। ਇਹਨਾਂ ਨੂੰ ਆਪਾਂ ਨੇ ਸੁਨ ਦੇ ਵਿੱਚ ਧਿਆਨ ਲਗਾ ਕੇ ਬਹਿ ਜਾਣਾ, ਜਿੱਥੇ ਪਵਨ ਸਮਾਉਂਦੀ ਹੈ ਜਾ ਕੇ। ਗੁਰਮੁਖ ਪਿਆਰਿਓ, ਕਿੱਥੇ ਸਮਾਉਂਦੀ ਹੈ? ਜਿਹੜੀ ਅਸੀਂ ਸਵਾਸ ਲਿਆ ਤੇ ਸਵਾਸ ਛੱਡਿਆ, ਅਸੀਂ ਦੇਖਣਾ ਕਿ ਉਹ ਪਵਨ ਕਿੱਥੇ ਸਮਾ ਗਈ। ਜਿਹੜੀ ਅਸੀਂ ਅੰਦਰੋਂ ਪਵਨ ਛੱਡੀ ਹੈ, ਉਹ ਕਿੱਥੇ ਸਮਾ ਗਈ। ਇਹਨਾਂ ਨੇਤਰਾਂ ਦਾ ਧਿਆਨ ਅਸੀਂ ਉੱਥੇ ਲਾ ਕੇ ਇਹਨਾਂ ਨੂੰ ਬਿਠਾ ਦੇਣਾ ਕਿ ਤੁਸੀਂ ਮਾਲਕ ਨੂੰ ਵੇਖਣਾ। ਜਦੋਂ ਆਪਣਾ ਇਹ ਅੰਦਰਲਾ ਸਾਰਾ ਪਰਿਵਾਰ ਸਿਮਰਨ ਕਰਨ ਦੇ ਵਿੱਚ ਜੁੜ ਗਿਆ ਗੁਰਮੁਖ ਪਿਆਰਿਓ, ਫਿਰ ਅਸੀਂ ਥੋੜ੍ਹੇ ਹੀ ਦਿਨਾਂ ਦੇ ਵਿੱਚ ਮਾਲਕ ਦੇ ਦਰਸ਼ਨ ਦੀਦਾਰੇ ਵੀ ਕਰ ਲੈਣੇ ਆ, ਮਾਲਕ ਦੇ ਮੁਖ ਦੀ ਆਵਾਜ਼ ਵੀ ਸੁਣ ਲੈਣੀ ਹੈ, ਅਤੇ ਅਸੀਂ ਗੁਰਮੁਖ ਪਿਆਰਿਓ ਫਿਰ ਖੰਡਾਂ ਬ੍ਰਹਮੰਡਾਂ ਦੀ ਸੈਰ ਵੀ ਕਰਨੀ ਹੈ। ਕਿਉਂਕਿ ਪਹਿਲਾਂ ਸਾਡਾ ਪਾਟਕ ਪਿਆ ਸੀ, ਅਸੀਂ ਖਿਲਰੇ ਹੋਏ ਸੀ। ਹੁਣ ਸਾਡਾ ਪਰਿਵਾਰ ਇਕਜੁੱਟ ਹੋਏਗਾ। ਇਕਜੁੱਟ ਹੋ ਕੇ ਗੁਰਮੁਖ ਪਿਆਰਿਓ ਆਪਾਂ ਸਿਮਰਨ ਕਰਾਂਗੇ। ਜਦੋਂ ਪਰਿਵਾਰ ਇਕਜੁੱਟ ਨਹੀਂ ਸੀ ਨਾ, ਉਦੋਂ ਗੁਰਮੁਖ ਪਿਆਰਿਓ ਮਨ ਮਾਲਕ ਨੂੰ ਉਲਾਂਭਾ ਦਿੰਦਾ ਸੀ ਕਿ ਇੰਦਰੀਆਂ ਮੇਰਾ ਕਹਿਣਾ ਨਹੀਂ ਮੰਨਦੀਆਂ। ਬਾਬਾ ਆਵ ਨਾ ਬਸੂ ਇਹ ਗਾਉਂ। ਕਹਿੰਦੇ ਮੈਂ ਹੁਣ ਇਸ ਪਿੰਡ ਦੇ ਵਿੱਚ, ਇਸ ਕਿਲੇ ਦੇ ਵਿੱਚ, ਇਸ ਸ਼ਹਿਰ ਦੇ ਵਿੱਚ ਨਹੀਂ ਵਸਣਾ, ਕਿਉਂਕਿ ਜਿਹੜੀਆਂ ਇਹ ਗਿਆਨ ਇੰਦਰੀਆਂ ਨੇ ਨਾ, ਇਹ ਮੇਰਾ ਕਹਿਣਾ ਨਹੀਂ ਮੰਨਦੀਆਂ। ਕਿਹੜੀਆਂ ਇੰਦਰੀਆਂ ਨੇ ਕਿਹਾ ਨਹੀਂ ਮੰਨਿਆ? ਇਹ ਗੁਰਬਾਣੀ ਦੇ ਵਿੱਚ ਮਨ ਫਿਰ ਪਾਤਸ਼ਾਹ ਅੱਗੇ ਫਰਿਆਦ ਕਰਦਾ, ਦੱਸਦਾ ਮਾਲਕ ਨੂੰ ਕਿ ਮੇਰੇ ਮਾਲਕਾ, ਹੁਣ ਮੈਂ ਇਸ ਘਰ ਦੇ ਵਿੱਚ ਨਹੀਂ ਵਸਣਾ, ਕਿਉਂਕਿ ਜਿਹੜੇ ਮੇਰੇ ਅੰਦਰ 5 ਚੋਰ ਬੈਠੇ ਆ, ਇਹ ਪਹਿਲਾਂ ਤੇ ਮੈਨੂੰ ਕਿਰਸਾਨ ਦਾ ਰੂਪ ਧਾਰ ਕੇ ਇਹ ਕੰਮ ਕਰਦੇ ਰਹੇ, ਮੈਨੂੰ ਭੁਲੇਖੇ ਦੇ ਵਿੱਚ ਪਾ ਕੇ ਰੱਖਿਆ। 5 ਕਿਰਸਾਨਾਂ ਨੇ ਮੈਨੂੰ ਭੁਲੇਖੇ ਦੇ ਵਿੱਚ ਪਾ ਕੇ ਰੱਖਿਆ। ਕਿਰਸਾਨਾਂ ਦੇ ਪਿੱਛੇ, ਇਹਨਾਂ ਦੂਤਾਂ ਦੇ ਪਿੱਛੇ ਇੰਦਰੀਆਂ ਲੱਗ ਗਈਆਂ। ਇਹਨਾਂ ਨੇ ਮੇਰਾ ਕਿਹਾ ਨਹੀਂ ਮੰਨਿਆ। ਬਾਬਾ ਮੈਂ ਹੁਣ ਇਸ ਸ਼ਹਿਰ ਦੇ ਵਿੱਚ ਨਹੀਂ ਬਸਣਾ, ਇਸ ਕਾਇਆ ਦੇ ਅੰਦਰ ਨਹੀਂ ਬਸਣਾ, ਕਿਉਂਕਿ ਮੇਰੇ ਕੋਲੋਂ ਘੜੀ ਘੜੀ ਦਾ ਹਿਸਾਬ ਮੰਗਿਆ ਜਾਂਦਾ ਹੈ, ਅਤੇ ਮੰਗਿਆ ਵੀ ਜਾਣਾ ਗੁਰਮੁਖ ਪਿਆਰਿਓ ਆਪਣੇ ਕੋਲੋਂ। ਪਾਤਸ਼ਾਹ ਗੁਰਬਾਣੀ 'ਚ ਫਰਮਾਨ ਕਰਦੇ ਐ, ਦੇਹੀ ਗਾਵਾ ਜੀਓ ਧਰ ਮਹਿਤੋ ਬਸੈ ਪੰਚ ਕਰਸ਼ਨ। ਕਹਿੰਦੇ ਜਿਹੜੀ ਇਹ ਦੇਹੀ ਹੈ ਨਾ, ਇਹ ਜਿਹੜੀ ਕਾਇਆ ਹੈ, ਕਹਿੰਦੇ ਇਹਦੇ ਵਿੱਚ 5 ਕਰਸ਼ਾਨ ਵਸਦੇ ਆ। ਕਿਹੜੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਦੇਹੀ ਗਾਵਾ ਜੀਉ ਧਰ ਮਹਿਤੂ ਬਸੈ ਪੰਚ ਕਰਸ਼ਾਨਾ, ਨੈਣੂ ਨਕਟੂ ਸਰਵਣੂ ਰਸਪਤ, ਇੰਦਰੀ ਕਿਹਾ ਨਾ ਮਨ। ਕਹਿੰਦੇ ਮੇਰਾ ਤੇ ਇਹ ਕਹਿਣੀ ਨਹੀਂ ਮੰਨਦੀਆਂ। ਜਿੱਦਾਂ ਆਪਾਂ ਹੁਣ ਪਹਿਲਾਂ ਸਿਮਰਨ ਕਰਦੇ ਸੀ ਨਾ, ਆਪਾਂ ਇਹਨਾਂ ਨੂੰ ਕੰਮ ਨਹੀਂ ਲਾਇਆ ਸੀ, ਇਹ ਆਪਣਾ ਕਹਿਣਾ ਨਹੀਂ ਮੰਨਦੀਆਂ ਸੀ, ਤਾਂ ਸਾਡਾ ਮਨ ਵਾਰ-ਵਾਰ ਦੌੜਦਾ ਸੀ। ਨੈਣੂ, ਨੈਣ ਹੋ ਗਏ, ਨਕਟੂ
ਨੱਕ ਹੋ ਗਿਆ, ਸਰਵਣੂ ਕੰਨ ਹੋ ਗਏ, ਰਸਪਤ ਜੀਵਾ ਹੋ ਗਈ। ਇਹ ਇੰਦਰੀਆਂ ਹੋ ਗਈਆਂ ਗੁਰਮੁਖ ਪਿਆਰਿਓ। ਨੈਣੂ ਨਕਟੂ ਸਰਵਣੂ ਰਸਪਤ ਇੰਦਰੀ ਕਿਹਾ ਨਾ ਮਾਨਾ। ਕਹਿੰਦੇ ਇਹਨਾਂ ਇੰਦਰੀਆਂ ਨੇ ਮੇਰੇ ਮਾਲਕਾ ਮੇਰਾ ਕਹਿਣਾ ਨਹੀਂ ਮੰਨਿਆ। ਫਿਰ ਕੀ ਕਹਿੰਦੇ ਅੱਗੇ ਪਤਾ? ਫਿਰ ਅੱਗੇ ਪਾਤਸ਼ਾਹ ਅੱਗੇ ਫਿਰ ਫਰਿਆਦ ਕਰਦਾ ਮਨ, ਬਾਬਾ ਅਬ ਨਾ ਬਸੂੰ ਇਹ ਗਾਉਂ। ਕਹਿੰਦੇ ਮੈਂ ਹੁਣ ਇਸ ਪਿੰਡ ਦੇ ਵਿੱਚ ਨਹੀਂ ਰਹਿਣਾ। ਫਿਰ ਅੱਗੋਂ ਮਾਲਕ ਪੁੱਛਦੇ ਆ ਕਿਉਂ ਨਹੀਂ ਰਹਿਣਾ? ਫਿਰ ਮਨ ਬੱਚਾ ਜਵਾਬ ਦਿੰਦਾ ਹੈ, ਬਾਬਾ ਅਬ ਨਾ ਬਸੂੰ ਇਹ ਗਾਉਂ ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਤੂ ਨਾਉ। ਕਹਿੰਦੇ ਇਹ ਮੇਰੇ ਕੋਲੋਂ ਘੜੀ ਘੜੀ ਦਾ ਲੇਖਾ ਮੰਗਦੇ ਆ ਅਤੇ ਨਾ ਮੇਰੇ ਕੋਲੋਂ ਜਪਿਆ ਨਹੀਂ ਜਾਂਦਾ। ਨਾ ਤੇ ਤਾਂ ਜਪਾਂ ਜੇ ਮੇਰਾ ਇੰਦਰੀਆਂ ਕਹਿਣਾ ਮੰਨਣਾ। ਇੰਦਰੀਆਂ ਮੇਰੇ ਕਹਿਣੇ ਤੋਂ ਬਾਹਰ ਨੇ, ਮੈਥੋਂ ਨਾਮ ਨਹੀਂ ਜਪਿਆ ਜਾਂਦਾ। ਪਰ ਇਹ ਮੇਰੇ ਕੋਲੋਂ ਹਿਸਾਬ ਲੈਂਦੇ ਆ ਪਲ ਪਲ ਦਾ, ਘੜੀ ਘੜੀ ਦਾ। ਘਰੀ ਘਰੀ ਕਾ ਲੇਖਾ ਮੰਗੈ। ਕਹਿੰਦੇ ਮੇਰੇ ਕੋਲੋਂ ਘੜੀ ਘੜੀ ਦਾ ਲੇਖਾ ਮੰਗਿਆ ਜਾਣਾ। ਇਸ ਕਰਕੇ ਮੇਰੇ ਤੋਂ ਹੁਣ ਇਸ ਕਿਲੇ ਦੇ ਵਿੱਚ, ਇਸ ਸ਼ਹਿਰ ਦੇ ਵਿੱਚ ਨਹੀਂ ਰਹਿ ਜਾਂਦਾ। ਹੁਣ ਗੁਰਮੁਖ ਪਿਆਰਿਓ, ਆਪਾਂ ਨੇ ਹੁਣ ਤੱਕ ਇਹਨਾਂ ਇੰਦਰੀਆਂ ਨੂੰ ਆਪਣੇ ਕਰਮ ਦੇ ਉੱਤੇ ਨਹੀਂ ਲਾਇਆ ਸੀ। ਅਸੀਂ ਇਹਨਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਸੀ। ਹੁਣ ਆਪਾਂ ਇੰਦਰੀਆਂ ਨੂੰ ਨਾਲ ਲਾ ਕੇ ਸਿਮਰਨ ਕਰਾਂਗੇ ਤਾਂ ਆਪਣਾ ਮਨ ਆਪਣੇ ਘਰ ਬੈਠ ਜਾਏਗਾ। ਮਨ ਨੂੰ ਜਾਣ ਦੇ ਲਈ ਕੋਈ ਜਗ੍ਹਾ ਨਹੀਂ ਬਚੇਗੀ। ਅਸੀਂ ਇਹਨਾਂ ਇੰਦਰੀਆਂ ਨੂੰ ਪਿਆਰ ਨਾਲ ਵੀ ਬਿਠਾਵਾਂਗੇ ਤੇ ਪਿਆਰ ਨਾਲ ਨਾ ਕਹਿਣਾ ਮੰਨਿਆ ਫਿਰ ਡਰ ਨਾਲ ਵੀ ਬਿਠਾਵਾਂਗੇ। ਫਿਰ ਅਸੀਂ ਇਸ ਮਨ ਨੂੰ ਪਹਿਲਾਂ ਪਿਆਰ ਕਰਾਂਗੇ, ਫਿਰ ਆਪਾਂ ਇਸ ਮਨ ਨੂੰ ਕੁੱਟਾਂਗੇ ਗੁਰਮੁਖ ਪਿਆਰਿਓ। ਜੇ ਸਾਡਾ ਇਸ ਨੇ ਪਿਆਰ ਨਾਲ ਕਿਹਾ ਨਾ ਮੰਨਿਆ ਨਾ, ਫਿਰ ਆਪਾਂ ਕੁੱਟਾਂਗੇ। ਕਿਉਂ ਕੁੱਟਾਂਗੇ? ਕਿਉਂਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਸੋਝੀ ਬਖਸ਼ਿਸ਼ ਕੀਤੀ ਹੈ, ਸਾਨੂੰ ਗਿਆਨ ਦਿੱਤਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਇਹ ਕਹਿੰਦੇ ਹੈ ਵੀ ਜੇ ਤੁਹਾਡੇ ਕੋਲੋਂ ਮਨ ਐਦਾਂ ਨਹੀਂ ਮੰਨਦਾ ਤਾਂ ਤੁਸੀਂ ਹੋਰ ਨਹੀਂ ਕਿਸੇ ਨੂੰ ਕੁੱਟਣਾ, ਹੋਰ ਨਹੀਂ ਕਿਸੇ 'ਤੇ ਗੁੱਸਾ ਕੱਢਣਾ, ਫਿਰ ਤੁਸੀਂ ਆਪਣੇ ਮਨ ਨੂੰ ਕੁੱਟਣਾ ਸ਼ੁਰੂ ਕਰ ਦੇਣਾ। ਫਿਰ ਅਸੀਂ ਪੁੱਛਣਾ ਕਿ ਪਿਤਾ ਅਸੀਂ ਮਨ ਨੂੰ ਤੇ ਕੁੱਟ ਲਾਂਗੇ, ਪਰ ਮਨ ਨੂੰ ਕੁੱਟਣ ਦਾ ਫਾਇਦਾ? ਫਿਰ ਅੱਗੇ ਆਪਾਂ ਨੂੰ ਮਾਲਕ ਦੱਸਦੇ ਹੈ ਕਿ ਮਨ ਨੂੰ ਕੁੱਟਣ ਦਾ ਇਹ ਫਾਇਦਾ ਹੈ ਕਿ ਜਿੰਨਾ ਅਸੀਂ ਮਨ ਨੂੰ ਕੁੱਟਾਂਗੇ ਓਨਾ ਹੀ ਅਸੀਂ ਜਮਾਂ ਤੋਂ ਛੁਟਾਂਗੇ। ਜੇ ਅਸੀਂ ਮਨ ਨਾ ਕੁੱਟਿਆ ਤਾਂ ਅਸੀਂ ਜਮਾਂ ਤੋਂ ਛੁੱਟ ਨਹੀਂ ਸਕਦੇ ਗੁਰਮੁਖ ਪਿਆਰਿਓ। ਗੁਰਬਾਣੀ ਗੁਰੂ ਦਾ ਫਰਮਾਨ ਹੈ, ਕੂਟਣ ਸੋਏ ਜੋ ਮਨ ਕੋ ਕੂਟੈ, ਮਨ ਕੋ ਕੂਟੈ ਤਉ ਜਮ ਤੇ ਛੂਟੈ। ਫਿਰ ਆਪਾਂ ਨੇ ਉਸ ਨੂੰ ਕਰਨਾ। ਹੁਣ ਆਪਾਂ ਇਸ ਦੱਸੇ ਹੋਏ ਪਿਤਾ ਦੇ ਉਪਦੇਸ਼ ਦੁਆਰਾ 5 ਮਿੰਟ ਸਿਮਰਨ ਕਰਾਂਗੇ ਗੁਰਮੁਖ ਪਿਆਰਿਓ। 5 ਮਿੰਟ ਅਸੀਂ ਸਾਰੀਆਂ ਇੰਦਰੀਆਂ ਨੂੰ, ਸਾਰੇ ਜੀਵ ਹੁਣ ਜਿੰਨੇ ਵੀ ਗੁਰਬਾਣੀ ਕਥਾ ਸਰਵਣ ਕਰਦੇ ਹੈ, ਸਾਰਿਆਂ ਨੇ ਹੁਣ ਆਪੋ ਆਪਣੀ ਧਿਆਨ ਦਿਓ। ਆਪੋ ਆਪਣੀਆਂ ਇੰਦਰੀਆਂ ਨੂੰ ਆਪਾਂ ਨੇ ਸੰਕੋਚਣਾ, ਕੰਮ ਲਾਉਣਾ। ਲੱਤਾਂ ਨਾਲ ਅਸੀਂ ਚੌਂਕੜਾ ਮਾਰਨਾ, ਰੀੜ੍ਹ ਦੀ ਹੱਡੀ ਸਿੱਧੀ ਕਰਨੀ ਹੈ। ਜੀਵਾ ਦੇ ਨਾਲ ਸ਼ਬਦ ਉਚਾਰਨ ਦੀ ਮਦਦ, ਮੁੱਖ ਨੇ ਬੋਲਣਾ, ਕੰਨਾਂ ਨੇ ਸਰੋਤੇ ਬਣ ਜਾਣਾ, ਇਹਨਾਂ ਨੇ ਸੁਣੀ ਜਾਣਾ, ਨੇਤਰਾਂ ਨੇ ਮਾਲਕ ਨੂੰ ਲੱਭਣ ਦੀ ਯਾਦ ਦੇ ਵਿੱਚ ਲੱਗ ਜਾਣਾ ਹੈ। ਸਾਰਿਆਂ ਨੂੰ ਲਾ ਕੇ ਹੁਣ ਆਪਾਂ ਬੜੇ ਪਿਆਰ ਦੇ ਨਾਲ ਪਿਤਾ ਨੂੰ ਆਵਾਜ਼ਾਂ ਮਾਰਾਂਗੇ, ਉਸ ਦੀ ਯਾਦ ਦੇ ਅੰਦਰ ਕੁਝ ਪਲ ਗੁਜ਼ਾਰਾਂਗੇ ਗੁਰਮੁਖ ਪਿਆਰਿਓ। ਇਹ ਪਲ ਗੁਜ਼ਾਰੇ ਹੋਏ ਆਪਣੇ ਮਾਲਕ ਦੀ ਯਾਦ ਦੇ ਅੰਦਰ ਅੱਗੇ ਜਾ ਕੇ ਸਾਡੇ ਲਈ ਬਹੁਤ ਵੱਡਾ ਸਹਾਰਾ ਬਣ ਜਾਣਾ ਇਹਨਾਂ ਨੇ ਗੁਰਮੁਖ ਪਿਆਰਿਓ। ਕਿਉਂਕਿ ਅੱਗੇ ਸਾਡੇ ਸਵਾਸਾਂ ਨੂੰ ਬੜੇ ਗਹਿਰਾਈ ਦੇ ਨਾਲ ਫਰੋਲਿਆ ਜਾਂਦਾ ਹੈ, ਵੇਖਿਆ ਜਾਂਦਾ ਹੈ ਕਿ ਇਹਨਾਂ ਸਵਾਸਾਂ ਦੇ ਨਾਲ ਇਹ ਬੱਚੇ ਨੇ ਕੀ ਕੰਮ ਕੀਤਾ।
ਜਿੰਨੇ ਕਿ ਵੀ ਸਵਾਸਾਂ ਦੇ ਨਾਲ ਅਸੀਂ ਪਿਤਾ ਨੂੰ ਯਾਦ ਕਰਾਂਗੇ, ਮਾਲਕ ਨੂੰ ਯਾਦ ਕਰਾਂਗੇ, ਦੀਨ ਦੁਨੀਆ ਦੇ ਮਾਲਕ ਦੀ ਯਾਦ ਦੇ ਅੰਦਰ ਜੁੜ ਕੇ ਬੈਠਾਂਗੇ ਗੁਰਮੁਖ ਪਿਆਰਿਓ, ਇਹ ਸਵਾਸਾਂ ਨੇ ਆਪਣੀ ਸਹਾਇਤਾ ਕਰਨੀ ਹੈ। ਕਿੱਥੇ ਕਰਨੀ ਹੈ? ਜਿੱਥੇ ਪਰਿਵਾਰਕ ਮੈਂਬਰ ਸਾਡਾ ਕੋਈ ਨਹੀਂ ਹੋਏਗਾ। ਹੁਣ ਆਪਣਾ ਧਿਆਨ ਦੇ ਲਓ ਕਿ ਕਿਸ ਤਰੀਕੇ ਨਾਲ ਅਸੀਂ ਆਪਣੀਆਂ ਇੰਦਰੀਆਂ ਨੂੰ ਆਪਣੇ ਕਰਮ ਦੇ ਉੱਤੇ ਲਾਉਣਾ ਹੈ। ਹੁਣ ਆਪਾਂ ਨੇ ਸਿਮਰਨ ਕਰਨਾ ਹੈ। ਪਹਿਲਾਂ ਥੋੜ੍ਹਾ ਸਲੋ ਕਰਾਂਗੇ, ਫਿਰ ਤੇਜ਼ ਕਰਾਂਗੇ, ਫਿਰ ਸਲੋ ਆਵਾਂਗੇ ਗੁਰਮੁਖ ਪਿਆਰਿਓ। ਹੁਣ ਆਪਾਂ ਪ੍ਰੈਕਟੀਕਲ ਰੂਪ ਦੇ ਵਿੱਚ ਪਿਤਾ ਨੂੰ ਆਵਾਜ਼ਾਂ ਮਾਰਾਂਗੇ ਤਾਂ ਕਿ ਸਾਡੀ ਆਵਾਜ਼ ਨੂੰ ਸਾਡਾ ਪਿਤਾ ਸੁਣੇ। ਫਿਰ ਪਿਤਾ ਦਾ ਵੀ ਮਨ ਬਣੇ ਕਿ ਮੈਂ ਵੀ ਆਪਣੇ ਮਨ ਬੱਚੇ ਨੂੰ ਆਵਾਜ਼ਾਂ ਮਾਰਾਂ। ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ